ਨਮਸਕਾਰ, ਓਮ ਸ਼ਾਂਤੀ ਤੇ ਨਾਲੇ ਸਤਿ ਸ੍ਰੀ ਅਕਾਲ। ਸਤਿਗੁਰੂ ਕਰਤਾ ਪੁਰਖ 'ਚ ਅੱਜ ਫਿਰ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਤੇ ਨਾਲੇ ਦੀਵਾਲੀ ਦੀ ਤੁਹਾਨੂੰ ਬਹੁਤ 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 ਸ਼ੁਭਕਾਮਨਾਵਾਂ। ਦੀਵਾਲੀ ਸਾਡੇ ਭਾਰਤ ਦਾ ਬਹੁਤ ਹਿੰਦੂ ਦਾ ਇੱਕ ਬਹੁਤ ਬੋਲਦੇ ਸੋਹਣਾ ਜਿਹਾ ਤਿਉਹਾਰ ਹੈ। ਦੀਵਾਲੀ ਨੂੰ ਅਸੀਂ ਦੀਏ ਘੀ ਦੇ ਦੀਏ ਜਲਾ ਕੇ ਅਤੇ ਸਜਾਵਟ ਕਰਕੇ ਅਤੇ ਨਵੇਂ ਕੱਪੜੇ ਪਹਿਨ ਕੇ ਉਹ ਦੀਵਾਲੀ ਦਾ ਅਸੀਂ ਤਿਉਹਾਰ ਮਨਾਉਂਦੇ ਹਾਂ। ਦੀਵਾਲੀ 'ਚ ਬਹੁਤ ਸਾਰੀ ਪੁਰਾਣੀ ਕਥਾएँ ਆ ਜਿਹੜੀ ਮੈਂ ਆਪਣੇ ਭਾਈ ਸਾਹਿਬ ਦੇ ਸਾਹਮਣੇ ਰੱਖਣੀ। ਉਹਨਾਂ ਨੇ ਉਹਦਾ ਦਾ ਵਿਸਤਾਰ ਕਰਕੇ ਸਾਨੂੰ ਦੀਵਾਲੀ ਦਾ ਪੂਰਾ ਅਰਥ ਸਮਝਾਉਣਾ। ਆਈਏ ਸਤਿਗੁਰੂ ਕਰਤਾ ਪੁਰਖ 'ਚ ਅਸੀਂ ਆਪਣੇ ਭਾਈ ਨਿਰਵੈਰ ਭਾਈ ਸਾਹਿਬ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਨੂੰ ਵੀ ਮੈਂ ਤੁਹਾਡੇ ਦੇ ਨਾਲ ਅਤੇ ਤੁਹਾਡੀ ਤਰਫ 'ਤੇ ਉਹਨਾਂ ਨੂੰ ਵਿਸ਼ ਕਰਦੀ ਹਾਂ ਦਿਵਾਲੀਆਂ ਦੀ। ਅਤੇ ਸਤਿਗੁਰੂ ਕਰਤਾ ਪੁਰਖ 'ਚ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ ਜੀ। ਅਤੇ ਦਿਵਾਲੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਵੀ। ਤੁਹਾਨੂੰ ਵੀ ਤੇ ਸੁਣਨ ਵਾਲਿਆਂ ਨੂੰ ਵੀ ਸਭ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕ ਹੋਏ। ਹਾਂਜੀ ਜੀ ਭਾਈ ਸਾਹਿਬ, ਦੀਵਾਲੀ ਕਿਉਂ ਮਨਾਈ ਜਾਂਦੀ? ਇਹ ਇੱਕ ਬਹੁਤ ਅਹਿਮ ਕੁਐਸਚਨ ਹੈ ਕਿ ਦੀਵਾਲੀ ਕਿਉਂਕਿ ਕੋਈ ਐਸੇ ਲੋਕੀ ਹੈ ਉਹਨਾਂ ਨੂੰ ਇਹ ਪਤਾ ਨਹੀਂ ਹੈ। ਜਿੱਦਾਂ ਬੋਲਦੇ ਕਿ ਸ਼੍ਰੀ ਰਾਮ 14 ਸਾਲ ਦਾ ਬਨਵਾਸ ਕਰਕੇ ਅਤੇ ਰਾਵਣ ਦੇ ਵੱਧ ਦਾ ਵਿਜੇ ਪ੍ਰਾਪਤ ਕਰਕੇ ਉਹ ਵਨਵਾਸ ਕਰਕੇ ਘਰ ਨੂੰ ਲੌਟੇ ਥੇ ਅਤੇ ਘੀ ਦੇ ਦੀਏ ਜਲਾ ਕੇ ਉਹਨਾਂ ਦਾ ਸਵਾਗਤ ਕੀਤਾ ਥਾ। ਤਾਂ ਇਸ ਕਹਾਣੀ ਦਾ ਅਰਥ ਕੀ ਹੈ? ਭਗਤੀ ਮਾਰਗ 'ਚ ਤਾਂ ਇਹ ਹੈ, ਤਾਂ ਗਿਆਨ ਦੇ ਮਾਰਗ 'ਚ ਤੁਸੀਂ ਕਿਆ ਸੁਣਾਉਣਾ ਚਾਹੁੰਦੇ? ਗਿਆਨ ਮਾਰਗ 'ਚ ਜੋ ਅਸੀਂ ਥੋੜ੍ਹਾ ਬਹੁਤ ਸਮਝਿਆ, ਦੀਪਕ ਜਿਹੜਾ ਹੈ ਉਹ ਅੰਧੇਰਾ ਦੂਰ ਕਰਦਾ, ਰੋਸ਼ਨੀ ਕਰਦਾ। ਜੀ। ਔਰ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਦੀਵਾਲੀ ਦੇ ਟਾਈਮ ਜੀ ਦੀਪਕ ਜਲਾਏ ਜਾਂਦੇ ਨੇ ਤੇ ਉਹਦੇ ਵਾਸਤੇ ਪਹਿਲੇ ਇੱਕ ਦੀਪਕ ਜਲਾਉਂਦੇ ਨੇ ਔਰ ਉਸ ਇੱਕ ਦੀਪਕ ਨਾਲ ਬਾਕੀ ਦੀਪਕ ਸਭ ਜਲਦੇ ਨੇ। ਤੇ ਉਹਦਾ ਅਧਿਆਤਮਿਕ ਰਹੱਸ ਜਿਹੜਾ ਸਾਨੂੰ ਸਮਝ ਆਇਆ ਹੈ ਈਸ਼ਵਰੀ ਗਿਆਨ ਦੇ ਆਧਾਰ ਤੇ, ਕਿ ਦੀਪ ਰਾਜ ਇੱਕ ਪਰਮ ਪਿਤਾ ਪਰਮਾਤਮਾ शिव बाबा वो आकर के अपने जो भी बच्चे हैं, लोग तो कह देंगे दीप रानियां, पर असी कहने हैं जो भी आत्मा रूपी बच्चे हैगे ने ते ਸਭ ਦੀ ਜੋਤ ਜਗਾਉਣ ਵਾਸਤੇ ਉਹਨਾਂ ਨੂੰ ਸਭ ਨੂੰ ਗਿਆਨ ਔਰ ਯੋਗ ਦਾ ਗ੍ਰਿਤ ਡਾਲ ਕਰਕੇ ਔਰ ਫਿਰ ਆਪਣੀ ਕੀ ਕਹੀਏ ਉਹਨੂੰ ਲਾਈਟ ਔਰ ਮਾਈਟ ਦੇ ਨਾਲ ਹਰ ਇੱਕ ਦੇ ਜੀਵਨ 'ਚ ਆਧਿਆਤਮਿਕਤਾ ਦਾ ਦੀਪਕ ਜਲਾਉਂਦੇ। ਔਰ ਇਹ ਚੀਜ਼ ਜਿਹੜੀ ਹੈ ਇਹ ਆਧਿਆਤਮਿਕ ਐਂਗਲ ਤੋਂ ਹੈ, ਜੋ ਭਗਤੀ ਭਾਵ ਨਾਲ ਜਿਸ ਤਰ੍ਹਾਂ ਸਾਡੀ ਰਸਮੋ ਰਿਵਾਜ ਹੈ। ਤੇ ਤੁਸੀਂ ਦੇਖਣਗੇ ਹੋ ਕਿ ਪਹਿਲੇ ਜਦੋਂ ਦੀਪਾਵਲੀ ਆਉਂਦੀ ਹੈ ਉਸ ਤੋਂ ਪਹਿਲੇ ਹਰ ਇੱਕ ਆਪਣਾ ਜੋ ਵੀ ਨਿਵਾਸ ਸਥਾਨ ਹੈ, ਘਰ ਹੈ, ਜੀ ਜੀ, ਉਸ ਨੂੰ ਸਾਫ਼ ਕਰਦੇ ਨੇ ਔਰ ਪਹਿਲੇ ਤਾਂ ਵਾਈਟ ਵਾਸ਼ ਵਗੈਰਾ ਕਰਨ ਦੀ ਰਸਮ ਹੈਗੀ ਸੀ। ਹੁਣ ਅੱਜ ਕੱਲ੍ਹ ਤੇ ਲੋਕ ਪਲਾਸਟਿਕ ਪੇਂਟ ਲਗਾ ਕੇ ਦੀਵਾਰਾਂ ਨੂੰ ਇਤਨਾ ਪਹਿਲੇ ਤੋਂ ਹੀ ਅੱਛੀ ਤਰ੍ਹਾਂ ਬਣਾ ਕੇ ਰੱਖਦੇ, ਲੇਕਿਨ ਉਹਦੇ ਤੇ ਵੀ ਮਿੱਟੀ ਤੇ ਜੰਮਦੀ ਹੈ ਨਾ। ਤੇ ਦੀਵਾਲੀ ਤੋਂ ਪਹਿਲੇ ਸਾਫ ਸਫਾਈ ਅੱਛੀ ਤਰ੍ਹਾਂ ਕਰਦੇ ਨੇ ਲੋਕ ਔਰ ਖਾਸ ਕਰ ਭਗਤੀ ਭਾਵ ਨਾਲ
ਹਰ ਇੱਕ ਦੇ ਮਨ 'ਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਘਰ ਨੂੰ ਸਾਫ਼ ਸਫਾ ਰੱਖਾਂਗੇ ਤੇ ਦੀਵਾਲੀ ਦੇ ਦਿਨ ਸ੍ਰੀ ਲక్ష్ਮੀ ਸਾਡੇ ਘਰ ਆਏਗੀ, ਜੀ। ਸਾਨੂੰ ਵਰਦਾਨ ਦੇਗੀ। ਔਰ ਆਮ ਤੌਰ ਤੇ ਲੋਕਾਂ ਨੂੰ ਤੇ ਧਨ ਦਾ ਹੀ ਲਾਲਚ ਹੁੰਦਾ, ਜੀ। ਧਨ ਦਾ ਔਰ ਉਹਦੇ ਨਾਲ ਹੈਲਥ ਦਾ। ਇਸ ਕਰਕੇ ਤੁਸੀਂ ਦੇਖਣਗੇ ਕਿ ਜਦੋਂ ਦੀਵਾਲੀ ਆਉਂਦੀ ਹੈ, ਅੱਜ ਕੱਲ੍ਹ ਤੇ ਕਈ ਪਰਿਵਰਤਨ ਆ ਰਹੇ ਨੇ, ਕੰਪਿਊਟਰ ਦਾ ਯੂਜ਼ ਹੋ ਰਿਹਾ। ਪਹਿਲੇ ਬਈ ਖਾਤੇ ਹੈਗੇ ਸੀ ਤੇ ਨया ਬਈ ਖਾਤਾ ਸ਼ੁਰੂ ਕਰਦੇ ਸੀ ਜੋ ਵੀ ਦੁਕਾਨਦਾਰ ਜਾਂ ਬਿਜ਼ਨਸ ਵਾਲੇ। ਔਰ ਉਸ ਬਈ ਖਾਤੇ ਤੇ ਦੀਵਾਲੀ ਦੇ ਦਿਨ ਖਾਸ ਜੀ। ਉਹ ਬ੍ਰਾਹਮਣ ਤੋਂ ਲਿਖਵਾਉਂਦੇ ਨੇ। ਹਾਂਜੀ। ਉਹਦੇ ਤੇ ਲਿਖਦੇ ਨੇ, ਇੱਕ ਪਾਸੇ ਲਿਖਦੇ ਸ਼ੁਭ, ਦੂਜੇ ਪਾਸੇ ਲਾਭ। ਲਿਖਦੇ ਲਾਭ। ਜੀ ਜੀ। ਸ਼ੁਭ ਲਾਭ। ਲਾਭ। ਔਰ ਗਣਪਤੀ ਦਾ ਖਾਸ ਉਹਦੇ 'ਚ ਮੂਰਤੀ ਹਾਂ ਉਹ ਵੀ ਨਾਲ। ਪੇਂਟਿੰਗ ਕਰਦੇ ਹਾਂ ਜੀ। ਤੇ ਗਣਪਤੀ ਦਾ ਮਤਲਬ ਹੈ ਕਿ ਕੋਈ ਵੀ ਵਿਘਨ ਨਾ ਆਏ, ਵਿਘਨ ਵਿਨਾਸ਼ਕ ਕਿਹਾ ਜਾਂਦਾ ਹੈ। ਕੋਈ ਵਿਘਨ ਨਾ ਆਏ ਔਰ ਸ਼ੁਭ ਸਦਾ ਸ਼ੁਭ ਰਹੇ ਔਰ ਲਾਭ ਮਿਲਦਾ ਰਹੇ, ਜੀਵਨ ਲਾਭਾਨਵਿਤ ਹੁੰਦੀ ਰਹੇ। ਹੁਣ ਇਹ ਤੇ ਹੈ ਭਗਤੀ ਮਾਰਗ ਦੇ ਹਿਸਾਬ ਨਾਲ, ਔਰ ਉਹਦੇ 'ਚ ਵੀ ਫਿਰ ਘਰ ਨੂੰ ਇਤਨਾ ਅੱਛੀ ਤਰ੍ਹਾਂ ਸਾਫ਼ ਕਰਦੇ ਨੇ ਔਰ ਰੋਸ਼ਨ ਕਰਦੇ ਨੇ ਤਾਂ ਕਿ ਸ੍ਰੀ ਲక్ష్ਮੀ ਦਾ ਆਵਾਹਨ ਜਦੋਂ ਕਰਦੇ ਤੇ ਉਸ ਵੇਲੇ ਕੋਈ ਅੰਧੇਰਾ ਨਾ ਹੋਵੇ। ਔਰ ਉਹਦੇ ਵਾਸਤੇ ਸ੍ਰੀ ਲక్ష్ਮੀ ਜਦੋਂ ਆਏ ਤੇ ਉਹਨਾਂ ਨੂੰ ਭੋਗ ਵੀ ਸਵੀਕਾਰ ਕਰਾਉਣਾ ਹੀ। ਤੇ ਉਹਦੇ ਵਾਸਤੇ ਅੱਛੀ ਅੱਛੀ ਮਿਠਾਈਆਂ ਵਗੈਰਾ ਵੀ ਰੱਖਦੇ ਨੇ, ਫਲ ਵੀ ਰੱਖਦੇ ਨੇ। ਔਰ ਫਿਰ ਬੱਚਿਆਂ ਨੂੰ ਜਾਂ ਜੋ ਵੀ ਪਰਿਵਾਰ ਦੇ ਸਦੱਸਿਆ ਹੁੰਦੇ ਆ ਉਹਨਾਂ ਨੂੰ ਪ੍ਰਸਾਦ ਕਰਕੇ ਉਹ ਦਿੱਤਾ ਜਾਂਦਾ ਹੈ ਜੀ। ਤੇ ਦੂਸਰਾ ਹੈ ਕਿ ਖੁਸ਼ੀ ਮਨਾਉਣ ਵਾਸਤੇ ਦੀਵਾਲੀ ਦੇ ਕਈ ਸਾਰੇ ਕਥਾ ਹੈਗੀਆਂ ਹੀ। ਜੀ। ਜਿਸ ਤਰ੍ਹਾਂ ਸ੍ਰੀ ਰਾਮਚੰਦਰ ਦੇ ਬਾਰੇ 'ਚ, ਜੀ। ਰਾਮ ਔਰ ਸੀਤਾ ਦਾ, ਬਈ ਉਹ ਸ੍ਰੀ ਲੰਕਾ ਤੇ ਵਿਜੇ ਪਾ ਕਰਕੇ ਔਰ ਵਾਪਸ ਆਏ ਸੀ। ਜੀ। ਤੇ ਉਹਨਾਂ ਦਾ ਸਵਾਗਤ ਜਦੋਂ ਕੀਤਾ ਤੇ ਲੋਕਾਂ ਨੇ ਆਪਣੇ ਘਰਾਂ 'ਚ ਦੀਪਕ, ਜੋ ਤੁਸੀਂ ਦੱਸਿਆ ਜਿਸ ਤਰ੍ਹਾਂ ਵੀ ਘੀ ਦੇ ਦੀਏ ਜਲਾਏ ਸੀ। ਉਹਦਾ ਮਤਲਬ ਇਹ ਹੈ ਕਿ ਉਹ ਜਦੋਂ ਜਿਸ ਦਿਨ ਪਹੁੰਚੇ ਨੇ ਤੇ ਉਹ ਵੈਸੇ ਅਮਾਵਸ ਦਾ ਦਿਨ ਸੀ। ਦੀਵਾਲੀ ਅਮਾਵਸ ਦੇ ਦਿਨ ਹੁੰਦੀ ਹੈ, ਅੰਧੇਰਾ ਹੁੰਦਾ ਹੀ ਜੀ। ਔਰ ਅੰਧੇਰੇ 'ਚ ਕੋਈ ਆਏਗਾ ਤੇ ਪਹਿਚਾਨਾ ਨਹੀਂ ਜਾਏਗਾ। ਇਸ ਕਰਕੇ ਖੂਬ ਸਾਰਾ ਲਾਈਟ ਦਾ ਇੰਤਜ਼ਾਮ ਕੀਤਾ ਔਰ ਉਹਦੇ 'ਚ ਖਾਸ ਸ੍ਰੀ ਰਾਮ ਔਰ ਸ੍ਰੀ ਸੀਤਾ ਔਰ ਲਕਸ਼ਮਣ, ਭਰਤ ਸਭ ਨੂੰ ਬਹੁਤ ਅੱਛੀ ਤਰ੍ਹਾਂ ਉਹਨਾਂ ਨੇ ਤਾਜ ਪਹਿਨਾਏ, ਨਏ ਕੱਪੜੇ, ਇਹ ਉਹ ਸਭ ਕੁਝ ਕੀਤਾ ਜੀ। ਉਹ ਨਿਸ਼ਾਨੀ ਹੈ। ਔਰ ਇਸ ਕਰਕੇ ਤੁਸੀਂ ਦੇਖਣਗੇ ਕਿ ਜਦੋਂ ਵੀ ਦੀਵਾਲੀ ਆਉਂਦੀ ਹੈ ਉਸ ਦੀ ਕੁਛ ਟਾਈਮ ਪਹਿਲੇ ਤੋਂ ਤਿਆਰੀ ਸ਼ੁਰੂ ਹੋ ਜਾਂਦੀ ਹੈ। ਹਾਂਜੀ। ਲਾਈਟ ਜਿਸ ਤਰ੍ਹਾਂ ਪੰਜਾਬ 'ਚ ਖਾਸ ਹੁਣ ਇਹਨਾਂ ਦਿਨਾਂ 'ਚ ਅਨਾਜ ਦੇ, ਜਿਸ ਤਰ੍ਹਾਂ ਚਾਵਲ ਹੈ, ਧਾਨ ਹੈ, ਹੋਰ ਹੈ, ਉਹ ਚੀਜ਼ਾਂ ਨਿਕਲਦੀਆਂ ਹੀ, ਵਿਕਦੀਆਂ ਹੀ, ਪੈਸੇ ਆਉਂਦੇ ਨੇ ਜੀ। ਔਰ ਉਹ ਫਿਰ ਉੱਥੋਂ ਜੋ ਵੀ ਘਰ ਵਾਲੇ ਹੈਗੇ ਆ, ਬੱਚੇ ਹੈਗੇ ਆ ਜਾਂ ਸੇਵਾਦਾਰੀ ਕੋਈ ਹੁੰਦੇ ਨੇ, ਕੋਈ ਪਾਣੀ ਭਰਦਾ ਹੀ ਤੇ ਕੋਈ ਆਪਣੇ
ਕਿਆ ਤਰਖਾਣ ਦਾ ਕੰਮ ਕਰਦਾ ਏ, ਕੋਈ ਲੁਹਾਰ ਦਾ ਕੰਮ ਕਰਦਾ ਏ, ਕੋਈ ਹੋਰ। ਤੇ ਇਹ ਸਭ ਨੂੰ ਅੱਛੀ ਤਰ੍ਹਾਂ ਉਹ ਹਰ ਇੱਕ ਨੂੰ ਆਪਣਾ ਆਪਣਾ ਹੱਕ ਵੰਡ ਦਿੰਦੇ ਨੇ, ਤਾਂ ਕਿ ਉਹ ਵੀ ਆਪਣੇ ਆਪ ਨੂੰ ਭਰਪੂਰ ਸਮਝਣ। ਦੀਵਾਲੀ ਦਾ ਆਉਣਾ ਮਾਣਾ ਸਭ ਆਪਣੇ ਆਪ ਨੂੰ ਧਨ ਧਾਨੇ ਸੰਪੰਨ ਸਮਝਦੇ ਆ। ਔਰ ਜਿਸ ਤਰ੍ਹਾਂ ਇਹ ਤਿਉਹਾਰ ਦੀ ਖੁਸ਼ੀ ਹੁੰਦੀ ਹੈ, ਉਸ ਖੁਸ਼ੀ 'ਚ ਹਰ ਇੱਕ ਨੂੰ ਨਏ ਕੱਪੜੇ, ਜੀ ਬੱਚਿਆਂ ਨੂੰ ਖਾਸ, ਔਰ ਫਿਰ ਬੱਚਿਆਂ ਦੀ ਖੁਸ਼ੀ ਵਾਸਤੇ ਉਹਨਾਂ ਨੂੰ ਅੱਛੀ ਅੱਛੀ ਮਿਠਾਈਆਂ, ਹਾਂਜੀ ਮਿਠਾਈ ਇਹ ਉਹ ਸਭ ਉਹ ਉਹਨਾਂ ਦੇ ਵਾਸਤੇ ਇੰਤਜ਼ਾਮ ਹੁੰਦਾ ਹੀ। ਔਰ ਫਿਰ ਹੈ ਰਾਤ ਨੂੰ ਪਟਾਕੇ ਚਲਾਉਣ ਦਾ। ਜੀ ਅੱਜ ਇਸ ਵਾਰ ਤੇ ਸਾਡੀ ਗਵਰਨਮੈਂਟ ਨੇ ਪਟਾਕਿਆਂ ਦੀ ਮਨਾ ਕਰ ਦਿੱਤੀ ਹੈ। ਜੀ ਹੁਣ ਪੇਪਰ 'ਚ ਪੜ੍ਹੀ ਦਾ ਗ੍ਰੀਨ ਪਟਾਕੇ ਚਲਾਉਣਗੇ। ਗ੍ਰੀਨ ਪਟਾਕੇ ਕਿਆ ਚਲਾਉਣਗੇ? ਪਟਾਕੇ ਤੇ ਪਟਾਕੇ ਹੀ ਪਟਾਕੇ ਹੁੰਦੇ। ਹੁੰਦੇ ਜੀ। ਪੋਲਿਊਸ਼ਨ ਨਾ ਹੋਏ ਇਸ ਕਰਕੇ ਉਹ ਸਮਝਦੇ ਪਟਾਕੇ ਨਹੀਂ ਚਲਾਉਣਗੇ, ਤੇ ਲੇਕਿਨ ਲੋਕ ਰਹਿ ਨਹੀਂ ਸਕਦੇ, ਕਿਉਂਕਿ ਜਾਣਦੇ ਆ ਕਿ ਪੋਲਿਊਸ਼ਨ ਸਦਾ ਨਹੀਂ ਰਹਿੰਦਾ ਹੀ, ਔਰ ਅਸਲੀਅਤ ਕੁਝ ਹੋਰ ਹੈ। ਓਕੇ। ਅਸਲੀਅਤ ਇਹ ਹੈ ਕਿ ਜਿਹੜਾ ਕੋਈ ਮੱਛਰ ਵਗੈਰਾ ਜਾਂ ਮੱਖੀ ਹੁੰਦੇ ਨੇ, ਤੇ ਇਹ ਜਦੋਂ ਦੀਵਾਲੀ ਆਉਂਦੀ ਹੈ ਔਰ ਇਹ ਆਤਿਸ਼ਬਾਜ਼ੀ ਹੁੰਦੀ ਹੈ, ਜੀ ਪਟਾਕੇ ਚੱਲਦੇ ਜੀ। ਹੈ ਜਾਂ ਫੁੱਲਝੜੀ ਚਲਾਈ ਜਾਂਦੀ ਹੈ ਜਾਂ ਹੋਰ ਕਈ ਕੁਛ ਹੁੰਦਾ ਹੀ, ਤੇ ਉਹਦੇ ਧੂਏ ਦੇ ਨਾਲ ਇਹ ਮੱਛਰ ਇਹ ਉਹ ਜੋ ਕੁਛ ਵੀ ਹੈ ਉਹ ਸਭ ਖਤਮ ਹੋ ਜਾਂਦੇ ਆ। ਤੇ ਐਕਚੁਅਲੀ ਐਨਵਾਇਰਨਮੈਂਟ ਨੂੰ ਸੇਵ ਕਰਨ ਵਾਸਤੇ ਉਹ ਸਮਝਦੇ ਪਟਾਕੇ ਨਾ ਚਲਾਉਣ, ਪਰ ਐਨਵਾਇਰਨਮੈਂਟ ਹੋਰ ਹੀ ਅੱਛਾ ਹੋ ਜਾਂਦਾ ਈ ਅਗਰ ਛੁੱਟੀ ਦੇ ਦੇਣਗੇ, ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਔਰ ਕਈ ਇਹੋ ਜਿਹੀਆਂ ਸਾਡੀ ਸਟੇਟਸ ਹੈਗੀਆਂ, ਜਿਸ ਤਰ੍ਹਾਂ ਗੁਜਰਾਤ ਸਟੇਟ ਹੈ, ਤੇ ਉਹ ਗੁਜਰਾਤ ਵਾਲਿਆਂ ਨੂੰ ਜੋ ਵੀ ਹੈਗੇ ਨੇ ਬਈ 2 ਘੰਟੇ ਵਾਸਤੇ ਤੁਸੀਂ ਆਤਿਸ਼ਬਾਜ਼ੀ ਕਰ ਸਕਦੇ ਹੋ। ਹਾਂਜੀ ਜੀ ਜੀ। ਤੇ 2 ਘੰਟੇ ਜਿਹਨਾਂ ਨੂੰ 2 ਘੰਟੇ ਦੇਣਗੇ, ਅਗਰ ਉਹਨਾਂ ਨੂੰ ਹੋਰ ਮਜ਼ਾ ਆ ਗਿਆ ਤਾਂ ਉਹ ਅੱਗੇ ਵੀ ਚੱਲ ਜਾਣਗੇ। ਕੌਣ ਜਾ ਕਰਕੇ ਉਹਨਾਂ ਨੂੰ ਹੱਥ ਘੜੀ ਲਗਾਏਗਾ? ਕੁਛ ਨਹੀਂ ਲਗਾਏਗਾ। ਤੇ ਇਹ ਅਸਲ 'ਚ ਪਹਿਲਾ ਜਿਹੜਾ ਤਿਉਹਾਰ ਇਹ ਦੀਵਾਲੀ ਦਾ, ਉਹ ਗਿਆਨ ਦੇ ਅਨੁਸਾਰ ਜੋ ਸਾਨੂੰ ਸਮਝ ਆਈ ਕਿ ਜਦੋਂ ਸਤਯੁਗ ਦੀ ਸ਼ੁਰੂਆਤ ਹੁੰਦੀ ਹੈ, ਸ੍ਰੀ ਲਕਸ਼ਮੀ ਸ੍ਰੀ ਨਾਰਾਇਣ ਰਾਜ ਗੱਦੀ ਤੇ ਬੈਠਦੇ ਨੇ, ਉਸ ਵੇਲੇ ਅੱਛੀ ਤਰ੍ਹਾਂ ਲਾਈਟਿੰਗ ਦਾ ਸਾਰਾ ਇੰਤਜ਼ਾਮ, ਔਰ ਉਸ ਵੇਲੇ ਪਟਾਕੇ ਨਾ ਵੀ ਚਲਾਉਣ ਪਰ ਫੁੱਲਝੜੀਆਂ ਜ਼ਰੂਰ ਚਲਾਉਂਦੇ ਨੇ। ਹਾਂਜੀ। ਤੇ ਇਹ ਸ਼ੁਰੂਆਤ ਤੇ ਸਤਯੁਗ ਤੋਂ ਹੈਗੀ ਹੈ। ਅੱਛਾ। ਸ੍ਰੀ ਲਕਸ਼ਮੀ ਸ੍ਰੀ ਨਾਰਾਇਣ ਜਦੋਂ ਰਾਜ ਗੱਦੀ ਤੇ ਬੈਠਦੇ ਨੇ, ਤੇ ਉਹ ਉਹਨਾਂ ਦਿਨਾਂ ਤੋਂ ਸ਼ੁਰੂ ਹੋ ਜਾਂਦੀ ਹੈ। ਤੇ ਲਕਸ਼ਮੀ ਨਾਰਾਇਣ ਦੀ ਫਸਟ, ਸੈਕਿੰਡ, ਥਰਡ ਇਸ ਤਰ੍ਹਾਂ ਚੱਲਦੇ ਚੱਲਦੇ ਜਦੋਂ ਫਿਰ 8 ਗੱਦੀਆਂ ਪੂਰੀਆਂ ਹੋ ਜਾਂਦੀਆਂ, ਫਿਰ ਸ੍ਰੀ ਰਾਮ ਚੰਦਰ ਔਰ ਸੀਤਾ ਦਾ ਉਹ ਸ਼ੁਰੂ ਹੁੰਦਾ ਹੀ। ਇਹ ਜਿਹੜੀ ਕਹਾਣੀ ਬਣੀ ਹੈ, ਇਹ ਤੇ ਕੋਈ ਸ਼ੁਰੂ 'ਚ ਕੋਈ ਰਾਮ ਸੀਤਾ ਦੇ ਸਾਹਮਣੇ ਰਾਵਣ ਨਹੀਂ ਆਇਆ ਸੀ। ਇਹ ਦੁਆਪਰ ਤ੍ਰੇਤਾ ਤੇ ਇਹ ਦੁਆਪਰ ਦੇ ਸ਼ੁਰੂ 'ਚ ਉਦੋਂ ਤੋਂ ਸ਼ੁਰੂ ਹੁੰਦਾ ਹੀ ਹੈ। ਔਰ ਦੇਖਿਆ ਗਿਆ ਕਿ ਹਰ ਇੱਕ ਧਰਮ ਵਾਲੇ ਆਪਣੇ ਆਪਣੇ ਜੋ ਉਹਨਾਂ ਦਾ ਵੱਡਾ ਕੋਈ ਦਿਨ ਹੁੰਦਾ, ਉਸ ਵੇਲੇ ਬਹੁਤ ਅੱਛੀ ਲਾਈਟਿੰਗ ਕਰਦੇ ਨੇ। ਜੀ ਜੀ। ਦੀਵਾਲੀ ਤੇ ਵੀ ਕਰਦੇ ਨੇ, ਔਰ ਉਸ ਤੋਂ ਇਲਾਵਾ ਆਪਣੇ ਆਪਣੇ ਉਹਨਾਂ ਦਾ ਜਿਹੜਾ ਕੋਈ ਉਤਸਵ ਹੁੰਦਾ ਹੀ, ਜੈਸੇ ਕ੍ਰਿਸਮਸ ਆਉਂਦੀ ਹੈ ਤੇ ਉਹ ਆਪਣੇ ਹਿਸਾਬ ਨਾਲ ਕਰਨਗੇ। ਇਸੇ ਤਰ੍ਹਾਂ ਹੀ ਦੂਸਰੇ ਧਰਮ ਵਾਲੇ ਵੀ ਕਰਦੇ ਨੇ। ਨਿਸ਼ਾਨੀ ਤੇ ਖੁਸ਼ੀ ਮਨਾਉਣ ਦੀ ਹੈ, ਇੱਕ ਲਹਿਰ ਆ ਜਾਂਦੀ ਹੈ ਜਦੋਂ ਅੰਧੇਰੇ 'ਚ ਰੰਗ ਬਿਰੰਗੀ ਲਾਈਟਾਂ ਹੁੰਦੀਆਂ ਹੀ, ਆਤਿਸ਼ਬਾਜ਼ੀ ਹੁੰਦੀ ਹੈ, ਥੋੜਾ ਪਟਾਕੇ ਵੀ ਚੱਲਦੇ ਆ,
ਤੇ ਸਭ ਦੇ ਔਰ ਫਿਰ ਅੱਛਾ ਮੁੱਖ ਮਿੱਠਾ ਇੱਕ ਦੋ ਨੂੰ ਕਰਾਉਂਦੇ ਨੇ, ਬਰਫ ਇਹ ਬਹੁਤ ਅੱਛੀ ਅੱਛੀ ਮਿਠਾਈਆਂ ਖਿਲਾਉਣਗੇ, ਜੀ 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 ਜੀ। ਔਰ ਕੱਪੜੇ ਵੀ ਸਭ ਦੇ ਇੱਕਦਮ ਅੱਛੇ ਹੁੰਦੇ ਨੇ। ਤੇ ਇਹ ਮਤਲਬ ਇੱਕ ਖੁਸ਼ੀਆਂ ਦਾ ਤਿਉਹਾਰ ਤੇ ਹੈ। ਇੱਕ ਕੀ ਮਤਲਬ ਇਸ ਟਾਈਮ ਇਹ ਤਿਉਹਾਰ ਇਨ ਸਭ ਚੀਜ਼ਾਂ ਦਾ ਉਹ ਲੋਕ ਜੂਆ ਜਿਹੜੇ ਖੇਲਦੇ ਨੇ ਨਾ, ਤਾਂ ਉਹ ਸਮਝਦੇ ਆ ਕਿ ਦੀਵਾਲੀ ਦੇ ਟਾਈਮ ਸ੍ਰੀ ਲక్ష్ਮੀ ਜਦੋਂ ਆਉਂਦੀ ਹੈ ਤੇ ਉਹ ਧਨ ਜ਼ਿਆਦਾ ਹੋ ਜਾਂਦਾ ਉਹਦੇ 'ਚ, ਤੇ ਅੱਛਾ ਉਹ ਫਿਰ ਜੂਆ ਖੇਲ ਕਰਕੇ ਧਨ ਇਕੱਠਾ ਕਰਨਾ ਚਾਹੁੰਦੇ ਆ। ਪਰ ਉਹਦੇ 'ਚ ਕੋਈ ਜਿੱਤੇਗਾ ਤੇ ਕੋਈ ਹਾਰੇਗਾ। ਇਹ ਥੋੜਾ ਕਿ ਲక్ష్ਮੀ ਉਹਦਾ ਧਨ ਲੈ ਗਈ, ਐਸਾ ਨਹੀਂ ਹੈ। ਜੀ ਇਹ ਇੱਕ ਹਿਊਮਨ ਨੇਚਰ ਹੈ, ਲਾਲਚ ਦਾ ਇੱਕ ਨਿਸ਼ਾਨੀ ਹੈ ਲਾਲਚ ਦੀ, ਕਿ ਜੂਆ ਖੇਲ ਕਰਕੇ ਔਰ ਧਨ ਕਮਾਉਣਾ। ਇਸ ਕਰਕੇ ਤੁਸੀਂ ਕਦੀ ਅਖਬਾਰ ਨਹੀਂ ਪੜ੍ਹਦੇ ਹੋਣਗੇ, ਉਹ ਪੇਪਰ 'ਚ ਆਉਂਦਾ ਰਹਿੰਦਾ। ਇੱਧਰ ਸਾਡੇ ਮਾਊਂਟ ਆਬੂ 'ਚ ਕਈ ਲੋਕ ਆ ਕਰਕੇ ਹੋਟਲਾਂ 'ਚ ਰਹਿੰਦੇ ਨੇ ਔਰ ਫਿਰ ਆਪਸ 'ਚ ਮਿਲ ਕਰਕੇ ਬੈਠ ਕਰਕੇ ਜੂਆ ਖੇਲਦੇ ਆ। ਜੂਆ ਖੇਲਦੇ ਆ, ਉਹਦਾ ਪਤਾ ਪੁਲਿਸ ਨੂੰ ਲੱਗ ਜਾਂਦਾ, ਪੁਲਿਸ ਵਾਲੇ ਆ ਕਰਕੇ ਪਕੜ ਲੈਂਦੇ ਆ। ਹਾਂ ਫਿਰ ਉਹ ਉਸ ਵੇਲੇ ਉਹਨਾਂ ਨੂੰ ਵਾਰਨਿੰਗ ਦੇ ਕਰਕੇ ਜਾਂ ਕੁਝ ਵੀ ਕਰਕੇ ਛੱਡਦੇ ਆ, ਲੇਕਿਨ ਉਹਨਾਂ ਦੇ ਲੱਖ 2 ਲੱਖ ਰੁਪਏ ਤੇ ਗਏ। ਗਏ 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 ਜੀ। ਉਹ ਵੀ ਆਉਂਦਾ ਹੀ ਪੇਪਰ 'ਚ। ਤੇ ਇਹ ਸਭ ਗੱਲਾਂ ਹੈਗੀਆਂ ਹੀ, ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਦੀਵਾਲੀ ਜਿਹੜੀ ਹੈ, ਜਿਸ ਤਰ੍ਹਾਂ ਕ੍ਰਿਸਚੈਨਿਟੀ 'ਚ ਕ੍ਰਿਸਮਸ ਹੈ, ਕ੍ਰਿਸਮਸ ਜਦੋਂ ਹੁੰਦੀ ਹੈ ਤੇ ਸਾਰਾ ਪਰਿਵਾਰ ਇਕੱਠਾ ਹੁੰਦਾ ਹੀ, ਕੋਈ ਕਿਤੇ ਵੀ ਹੋਣ ਉਹ ਇਕੱਠੇ ਹੋ ਕਰਕੇ ਮਨਾਉਂਦੇ ਨੇ। ਇਸੇ ਤਰ੍ਹਾਂ ਦੀਵਾਲੀ ਵੀ ਇੱਕ ਪਰਿਵਾਰਿਕ ਤਿਉਹਾਰ ਹੈਗਾ ਹੀ, ਸਾਰਾ ਪਰਿਵਾਰ ਇਕੱਠਾ ਹੁੰਦਾ। ਬੱਚੇ ਆਪਣੀ ਰੰਗ ਬਿਰੰਗੀ ਪੋਸ਼ਾਕ ਪਹਿਨਦੇ ਨੇ, ਬਜ਼ੁਰਗ ਵੀ ਆਪਣੇ ਅੱਛੇ ਕੱਪੜੇ ਪਹਿਨਦੇ ਨੇ, ਪਗੜੀ ਅੱਛੀ ਬੰਨਣਗੇ, ਔਰ साथ साथ भोजन वगैरह अच्छा बना करके सब बैठ करके मिल इकट्ठे बैठ के खाणगे। ਤੇ ਇੱਕ ਤਿਉਹਾਰ ਐਸਾ ਹੀ ਜਿਹਦੇ ਵਿੱਚ ਪਿਆਰ ਵੀ ਭਰਿਆ ਹੋਇਆ ਔਰ ਖੁਸ਼ੀ ਭਰੀ ਹੋਈ। ਔਰ ਫਿਰ ਇਸ ਦੇ ਨਾਲ ਜਦੋਂ ਗਿਆਨ ਦੀ ਗੱਲ ਕਰਦੇ ਹਾਂ ਤੇ ਫਿਰ ਹੁੰਦਾ ਹੀ ਕਿ ਆਤਮਦੀਪ ਵੀ ਜਲਾਉਣ ਦੀ ਗੱਲ ਆ ਜਾਂਦੀ ਹੈ। ਤੇ ਗਿਆਨ ਦੇ ਬਾਰੇ 'ਚ ਵੀ ਅੱਛੀ ਤਰ੍ਹਾਂ ਫਿਰ ਥੋੜ੍ਹਾ ਜਿਹਾ। ਜੀ ਬਿਲਕੁਲ। ਤੇ ਤੁਸੀਂ ਦਿਵਾਲੀ ਦੇ ਮਾਧਿਅਮ 'ਚ ਇੱਕ ਛੋਟਾ ਜਿਹਾ ਕਿਆ ਸੰਦੇਸ਼ ਦੇਣਾ ਚਾਹੁੰਦੇ ਪਰਿਵਾਰ ਵਾਲਿਆਂ ਨੂੰ? ਮੈਂ ਤਾਂ ਇਹੀ ਕਹਾਂਗਾ ਕਿ ਬਈ ਬੜੀ ਖੁਸ਼ੀ ਨਾਲ ਦੀਵਾਲੀ ਮਨਾਓ। ਦੀਵਾਲੀ ਦੇ ਟਾਈਮ ਤਾਂ ਆਪਸ 'ਚ ਬੜੇ ਪਿਆਰ ਨਾਲ ਇੱਕ ਦੋ ਨੂੰ ਮਿਲੋ। ਅੱਜ ਕੱਲ੍ਹ ਤਾਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਹੈ, ਇਸ ਕਰਕੇ ਸਾਨੂੰ ਗਿਆਨਵਾਨ ਆਤਮਾ ਜਿਹਨੇ ਵੀ ਹੈਗੇ ਉਹਨਾਂ ਨੂੰ ਬਾਬਾ ਨੇ ਦ੍ਰਿਸ਼ਟੀ ਦੇ ਜ਼ਰੀਏ ਇੱਕ ਦੋ ਨੂੰ ਗ੍ਰੀਟ ਕਰਨ ਦਾ ਸਿਖਾਇਆ ਹੀ, ਕਿ ਸੋਸ਼ਲ ਡਿਸਟੈਂਸ ਰੱਖਦੇ ਹੋਏ ਵੀ ਲੇਕਿਨ ਮੁਸਕਰਾ ਕੇ ਇੱਕ ਦੂਜੇ ਨੂੰ ਦੇਖਣਾ, ਥੋੜ੍ਹਾ ਟਾਈਮ ਸ਼ਿਵ ਬਾਬਾ ਦੀ ਯਾਦ 'ਚ ਰਹਿ ਕਰਕੇ ਦ੍ਰਿਸ਼ਟੀ ਦੇਣੀ। ਉਸ ਵੇਲੇ ਜਿਹੜਾ ਮਨ ਖੁਸ਼ ਹੋਏਗਾ ਉਹ ਤੇ ਤੁਹਾਨੂੰ ਪਤਾ ਹੀ ਹੈ। ਫਿਰ ਉਹਦੀ ਖੁਸ਼ੀ 'ਚ ਫਿਰ ਕੋਈ ਦੋ ਮਿੱਠੇ ਬੋਲ ਵੀ ਬੋਲਣੇ, ਮੁਬਾਰਕ ਦੇਣੀ ਇੱਕ ਦੋ ਨੂੰ ਦੀਵਾਲੀ ਦੀ, ਔਰ ਹੈਲਥ ਵੈਲਥ ਹੈਪੀਨੈਸ ਬਈ ਸਭ 'ਚ ਇਹ ਬਿਗਨਿੰਗ ਜਿਹੜੀ ਦੀਵਾਲੀ ਤੋਂ ਸਾਰਾ ਸਾਲ ਤੁਹਾਡਾ ਇਹੋ ਜਿਹਾ ਸੁੰਦਰ ਬੀਤੇ ਕਿ ਤੁਸੀਂ ਸਦਾ ਸਵਸਥ ਰਹੋ, ਸਦਾ ਖੁਸ਼ ਰਹੋ ਔਰ ਸਦਾ ਧਨ ਧਾਨਯ ਸੰਪੰਨ ਰਹੋ ਹਰ ਤਰ੍ਹਾਂ ਨਾਲ। ਔਰ ਦੂਸਰਾ ਪਰਿਵਾਰ 'ਚ ਵੀ ਬਹੁਤ ਆਪਸ 'ਚ ਮਿਲ ਕਰਕੇ ਬੱਚਿਆਂ ਦਾ ਵੀ ਖਿਆਲ ਰੱਖੋ, ਬਜ਼ੁਰਗਾਂ ਦਾ ਵੀ ਖਿਆਲ ਰੱਖੋ, ਆਪਣਾ ਵੀ ਖਿਆਲ ਰੱਖੋ। ਔਰ ਉਹਦੇ 'ਚ ਖਾਸ ਗੱਲ ਹੈ
ਕਿ ਇਹੋ ਜਿਹੇ ਦਿਨ ਤੇ ਆਤਮਾ ਬੜੀ ਉਮੰਗ 'ਚ ਹੁੰਦੀ ਹੈ ਤੇ ਆਪਣੇ ਦਿਲ 'ਚ ਇੱਕ ਵਿਸ਼ੇਸ਼ ਭਗਵਾਨ ਦੇ ਨਾਲ ਮਨ ਲਗਾ ਕਰਕੇ, ਸ਼ਿਵ ਬਾਬਾ ਨਾਲ ਮਨ ਲਗਾ ਕੇ ਇੱਕ ਆਪਣੇ ਮਨ 'ਚ ਸੰਕਲਪ ਲਓ ਕਿ ਅਸੀਂ ਆਪਣੇ ਜੀਵਨ ਨੂੰ ਜਿਸ ਤਰ੍ਹਾਂ ਦੀਵਾਲੀ ਮਨਾਉਂਦੇ ਆ, ਆਪਣੇ ਜੀਵਨ ਨੂੰ ਸਦਾ ਗਿਆਨ ਜੋਤ ਜਗਾ ਕਰਕੇ ਜਾਗਰਿਤ ਰੱਖਾਂਗੇ ਔਰ ਖੁਸ਼ਨੁਮਾ ਰੱਖਾਂਗੇ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਇਹੋ ਜਿਹੇ ਦਿਨ ਤੇ ਜਦੋਂ ਅਸੀਂ ਕੋਈ ਸ਼ੁਭ ਸੰਕਲਪ ਕਰਦੇ ਹਾਂ ਤੇ ਉਹ ਪੂਰਾ ਵੀ ਹੁੰਦਾ ਹੀ ਔਰ ਉਹਦਾ ਖਿਆਲ ਵੀ ਰਹਿੰਦਾ ਹੀ ਕਿ ਅਸੀਂ ਦੀਵਾਲੀ ਤੇ ਇਹ ਸੰਕਲਪ ਕੀਤਾ ਸੀ। ਔਰ ਦੂਸਰਾ, ਸਾਰੇ ਪਰਿਵਾਰ ਦੀ ਹੈਲਥ ਔਰ ਹੈਪੀਨੈਸ, ਇਹਦੇ ਬਾਰੇ 'ਚ ਵੀ ਥੋੜ੍ਹਾ ਸੰਕਲਪ ਕਰੋ ਔਰ ਸ਼ਿਵ ਬਾਬਾ ਨਾਲ ਮਨ ਲਗਾ ਕਰਕੇ ਆਪਣੀ ਭਾਵਨਾ ਜਿਹੜੀ ਹੈ ਉਹ ਪ੍ਰਗਟ ਵੀ ਕਰੋ ਹਰ ਇੱਕ ਨੂੰ। ਹੈਪੀ ਦੀਵਾਲੀ, ਹੈਪੀ ਦੀਵਾਲੀ, ਇਹ ਤੇ ਸੁਣਦੇ ਆ ਨਾ, ਇੱਕ ਦੋ ਨੂੰ ਵਿਸ਼ ਕਰਦੇ ਆ ਤੇ ਸ਼ੁਭ ਕਾਮਨਾ ਦੇਣੀ ਕਿਸੇ ਨੂੰ ਵੀ ਤੁਹਾਡੀ ਦੀਵਾਲੀ ਬਹੁਤ ਖੁਸ਼ਨੁਮਾ ਹੋਏ, ਖੁਸ਼ੀਆਂ ਨਾਲ ਭਰੀ ਹੋਈ ਹੋਏ। ਔਰ ਫਿਰ ਮਿਠਾਈ ਖਿਲਾਓ, ਮੁੱਖ ਮਿੱਠਾ ਕਰਾਓ ਔਰ ਨਾਲ ਕੁਛ ਮਿੱਠੇ ਬੋਲ ਵੀ ਬੋਲੋ ਉਹਨਾਂ ਨੂੰ। ਬਾਬਾ ਨੇ ਕਿਹਾ ਗਿਆਨ ਦੇ ਕੋਈ ਮਿੱਠੇ ਬੋਲ, ਔਰ ਉਹ ਤਾਂ ਤੁਹਾਨੂੰ ਪਤਾ ਹੀ ਹੈ, ਗਿਆਨ 'ਚ ਤੇ ਮਿੱਠੇ ਬੋਲ ਬਹੁਤ ਹੈਗੇ ਆ। ਔਰ ਸ਼ਿਵ ਬਾਬਾ ਦੀ ਆਸ਼ੀਰਵਾਦ ਮਿਲਦੀ ਰਹੇ ਸਭ ਨੂੰ, ਉਹਦੇ ਬਾਰੇ 'ਚ ਵੀ ਸ਼ੁਭ ਕਾਮਨਾ ਦਿੰਦੇ ਰਹੋ ਤਾਂ ਕਿ ਜਿਤਨਾ ਹੋ ਸਕੇ ਹਰ ਇੱਕ ਆਪਣੇ ਜੀਵਨ 'ਚ ਬਹੁਤ ਬਹੁਤ ਸੁਖੀ ਰਹੇ। ਜੋ ਪਾਸਟ ਜੋ ਕੁਛ ਵੀ ਕਿਸੇ ਦੇ ਨਾਲ ਮਨਮੁਟਾਓ ਹੋ, ਕੁਛ ਵੀ ਹੋ, ਉਹ ਦੀਵਾਲੀ ਤੇ ਹੈਪੀ ਦੀਵਾਲੀ ਕਹਿ ਕਰਕੇ, ਮੁਸਕਰਾ ਕਰਕੇ ਔਰ ਪਾਸਟ ਨੂੰ ਪਾਸਟ ਕਰ ਦਿਓ। ਪਾਸਟ ਅੰਧੇਰਾ ਸੀ, ਉਹ ਚਲਾ ਗਿਆ, ਹੁਣ ਤੁਸੀਂ ਗਿਆਨ ਦਾ ਦੀਪਕ ਜਲਾ ਦਿੱਤਾ ਤੇ ਹੁਣ ਰੋਸ਼ਨੀ ਆ ਗਈ ਔਰ ਹੁਣ ਰੋਸ਼ਨੀ 'ਚ ਸਦਾ ਹੀ ਖੁਸ਼ੀਆਂ ਮਨਾਓ ਬਸ, ਕਿਉਂਕਿ ਖੁਸ਼ੀ ਵਰਗੀ ਖੁਰਾਕ ਕੋਈ ਨਹੀਂ ਹੈ। ਇਹ ਸੁਣਿਆ ਹੋਏਗਾ ਤੁਸੀਂ, ਖੁਸ਼ੀ ਵਰਗੀ ਖੁਰਾਕ ਕੋਈ ਨਹੀਂ। ਔਰ ਖੁਸ਼ੀ ਦਾ ਵਿਪਰੀਤ ਕੀ ਹੁੰਦਾ ਜੀ? ਦੁੱਖ। ਹੈ ਗਮ। ਗਮ ਉਰਦੂ ਦਾ ਸ਼ਬਦ ਹੈ, ਹਿੰਦੀ 'ਚ ਦੁੱਖ ਕਹਿ ਰਹੇ ਨੇ, ਪਰ ਗਮ ਸਭ ਜਾਣਦੇ ਨੇ ਤੇ ਗਮ ਅੱਛੀ ਚੀਜ਼ ਨਹੀਂ ਹੈ। ਮੈਂ ਉਹਦੇ ਬਾਰੇ 'ਚ ਕੀ ਦੱਸਾਂ ਤੁਹਾਨੂੰ। ਖੁਸ਼ ਰਹੋ, ਆਬਾਦ ਰਹੋ, ਨਾ ਵਿਸਰੋ। ਗਿਆਨਵਾਨ ਤੇ ਕਹਿ ਦਿੰਦੇ ਨਾ ਵਿਸਰੋ, ਨਾ ਯਾਦ ਰਹੋ, ਲੇਕਿਨ ਨਹੀਂ, ਯਾਦ ਤੇ ਰਹਿਣਗੇ ਨਾ। ਜੋ ਆਪਣੇ ਹੈ, ਜੋ ਬਾਬਾ ਦੇ ਬੱਚੇ ਨੇ, ਸ਼ਿਵ ਬਾਬਾ ਦੇ ਬੱਚੇ ਨੇ, ਬ੍ਰਹਮਾ ਬਾਬਾ ਦੇ ਬੱਚੇ ਨੇ, ਤੇ ਉਹ ਤੇ ਯਾਦ ਤੇ ਰਹਿਣਗੇ, ਲੇਕਿਨ ਕਿਸ ਤਰ੍ਹਾਂ ਯਾਦ ਰਹਿਣਗੇ? ਕੋਈ ਮੋਹਵਸ਼ ਨਹੀਂ, ਸ਼ੁਭ ਭਾਵਨਾ ਨਾਲ। ਉਹਨਾਂ ਦੇ ਇੱਕ ਦੋ ਵਾਸਤੇ ਸ਼ੁਭ ਭਾਵਨਾ ਰੱਖਣੀ ਹੈ, ਸ਼ੁਭ ਕਾਮਨਾ ਰੱਖਣੀ ਹੈ, ਤਾਂ ਕਿ ਹਰ ਇੱਕ ਦਾ ਜੀਵਨ ਕਮਲ ਫੂਲ ਸਮਾਨ ਬਣ ਜਾਏ ਔਰ ਸਦਾ ਸੁਖੀ ਬਣ ਜਾਣ, ਸਦਾ ਆਨੰਦ 'ਚ ਰਹਿਣ। ਉਹਦਾ ਆਧਾਰ ਹੈ ਨਿਯਮਿਤ ਰੂਪ, ਹਰ ਰੋਜ਼ ਸ਼ਿਵ ਬਾਬਾ ਦੀ ਯਾਦ। ਸ਼ਿਵ ਬਾਬਾ ਦੀ ਯਾਦ ਦੇ ਨਾਲ ਆਤਮਦੀਪ ਜਗਦਾ ਰਹੇਗਾ ਔਰ ਫਿਰ ਉਸ ਦੇ ਨਾਲ ਈਸ਼ਵਰੀ ਗਿਆਨ ਦੀ ਮੁਰਲੀ ਜਿਹੜੀ ਹੈ ਉਹ ਸੁਣਨਗੇ ਉਹ ਤੇ ਜਿਸ ਤਰ੍ਹਾਂ ਤੁਹਾਡਾ ਮੁੱਖ ਮਿੱਠਾ ਹੋਏਗਾ, ਮਨ ਖੁਸ਼ ਹੋ ਜਾਏਗਾ, ਦਿਲ ਭਰਪੂਰ ਹੋ ਜਾਏਗੀ। ਮੈਂ ਤੇ ਪਿਛਲੇ 61 ਸਾਲ 'ਚ ਇਹ ਦੇਖਿਆ ਕਿ ਅਗਰ ਬਾਈ ਚਾਂਸ ਕਦੀ ਮੈਨੂੰ ਮੁਰਲੀ ਪੜ੍ਹਨ 'ਚ ਜਾਂ ਸੁਣਨ 'ਚ
देर हो गई तो अंदर इंज लगता है कि मैं आज कुछ खादा नहीं है, कुछ खाली खाली फील करता है। फिर जदों मुरली लै करके पढ़ी दी है तो फिर मन नूं तसल्ली हो जाती है। तो ये तुसी भी देखो ट्राई करके। लेकिन दीपावली ते खास संकल्प लो कि असी सदा खुश रहना और सब नूं खुशी वंडनी है, खुशी दिंदे रहो सब नूं। कदी किसी नूं दुख ना दिओ, कदी किसी दे बारे च निंदा ना करो। तां देखो तुसी कितना मौज च रह सकते हो। हर एक दे गुणां नूं देखो और गुणां दे तारीफ करो किसी दी। पंजाब च ते इहो जिहियां कई गल्लां ਅਸੀਂ ਬਚਪਨ 'ਚ ਸੁਣੀਆਂ ਹੋਈਆਂ ਹੀ। ਇੱਕ ਦੋ ਨੂੰ ਕਹਿਣਗੇ ਆਓ ਬਾਦਸ਼ਾਹੋ, ਆਓ ਮੱਖਣਾਂ ਦੇ ਪੇੜਿਓ, ਆਓ ਮਲਾਈ ਦੇ ਡੋਨਿਓ, ਇਹੋ ਜਿਹੀਆਂ ਗੱਲਾਂ ਸੁਣਦੇ ਰਹੇ ਆ। ਤੇ ਬਾਦਸ਼ਾਹ ਹੁਣ ਬਾਬਾ ਦੇ ਬੱਚੇ ਜੋ ਵੀ ਹਨ ਹੋਵਨਹਾਰ ਬਾਦਸ਼ਾਹ ਹੈਗੇ ਨੇ। ਇਸ ਵੇਲੇ ਵੀ ਬਾਬਾ ਦੇ ਦਿਲ ਤਖਤ ਨਸ਼ੀਨ ਬਣਨ ਵਾਲੇ शहजादे साहबजादे हैगे। ते साहबजादे जितने भी ने साहबजादे साहबजादियाँ भाई भी भैणा भी सब नूं बहुत बहुत दीपावली दी मुबारक और नए वर्ष दी सदा खुशनुमा वर्ष रहे और संपन्नता दी एक जीवन रहे। ਉਹਦੇ ਵਾਸਤੇ ਸਾਡੀ ਬਹੁਤ ਬਹੁਤ ਸ਼ੁਭ ਕਾਮਨਾ ਤੁਸੀਂ ਸਵੀਕਾਰ ਕਰਨੀ ਹੈ। ਓਮ ਸ਼ਾਂਤੀ।